ਗੁੱਡ ਈਵਨਿੰਗ ਟੂ ਆਲ। ਸਾਨੂੰ ਬਹੁਤ ਸਾਰੇ ਸਟੂਡੈਂਟਸ ਦੇ ਮੈਸੇਜ ਆ ਰਹੇ ਸੀ ਕਮੈਂਟ ਸੈਕਸ਼ਨ ਦੇ ਵਿੱਚ। ਸਾਨੂੰ ਬਹੁਤ ਸਾਰੇ ਸਟੂਡੈਂਟਸ ਨੇ ਇਹ ਕਿਹਾ ਕਿ ਮੈਮ ਪਲੀਜ਼ ਤੁਸੀਂ ਟਾਸਕ 2 ਦੀ ਸਟੇਟਮੈਂਟਸ ਪਾਓ, ਕਿਉਂਕਿ ਜਦੋਂ ਵੀ ਅਸੀਂ ਪ੍ਰੈਡਿਕਸ਼ਨ ਦੀ ਵੀਡੀਓ ਅਪਲੋਡ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਹੜੇ ਕਿਹੜੇ ਟੌਪਿਕ ਜਿਹੜੇ ਨੇ ਤੁਸੀਂ ਪ੍ਰੀਪੇਅਰ ਕਰਨੇ ਨੇ ਐਗਜ਼ਾਮ ਦੇ ਲਈ ਔਰ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਬਹੁਤ ਸਾਰੇ ਸਟੂਡੈਂਟ ਤੇ ਸਾਨੂੰ ਮੈਸੇਜ ਆਏ ਕਿ ਮੈਮ ਪਲੀਜ਼ ਇੱਕ ਵਾਰ ਤੁਸੀਂ ਸਟੇਟਮੈਂਟ ਦੱਸ ਦਿਓ ਕਿ ਕਿਸ ਟਾਈਪ ਦੇ ਜਿਹੜੇ ਐਸੇ ਨੇ ਉਹ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਸੋ ਉਹਨਾਂ ਸਟੂਡੈਂਟਸ ਦੀ ਡਿਮਾਂਡ 'ਤੇ ਅਸੀਂ ਤੁਹਾਡੇ ਸਾਹਮਣੇ ਇਹ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ। ਇਹਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਹਰ ਜੋ ਵੀ ਅਸੀਂ ਪ੍ਰੈਡਿਕਸ਼ਨ ਦੱਸੀ ਆ, ਸਪੈਸ਼ਲੀ ਜਿਨ੍ਹਾਂ ਬੱਚਿਆਂ ਨੇ 3 ਤੇ 5 ਤਰੀਕ ਨੂੰ ਐਗਜ਼ਾਮ ਦੇਣਾ, ਯਾਨੀ ਕਿ 3 ਦਸੰਬਰ ਔਰ 5 ਦਸੰਬਰ ਨੂੰ ਜਿਹੜੇ ਬੱਚੇ ਐਗਜ਼ਾਮ ਦੇਣ ਬਾਰੇ ਸੋਚ ਰਹੇ ਨੇ ਉਹਨਾਂ ਦੇ ਲਈ ਇਹ ਸਪੈਸ਼ਲ ਵੀਡੀਓ ਹੈਗੀ ਆ। ਇਹਦੇ ਵਿੱਚ ਤੁਹਾਨੂੰ ਅਸੀਂ ਸਟੇਟਮੈਂਟ ਦੱਸਾਂਗੇ ਔਰ ਸਟੇਟਮੈਂਟ ਦੇ ਨਾਲ ਨਾਲ ਤੁਹਾਨੂੰ ਦੱਸਾਂਗੇ ਕਿ ਇਹ ਜਿਹੜੇ ਟੌਪਿਕਸ ਨੇ ਜਾਂ ਇਹ ਜਿਹੜੀਆਂ ਸਟੇਟਮੈਂਟ ਨੇ ਇਹ ਕਦੋਂ ਆਈਆਂ, ਮਤਲਬ ਕਦੋਂ ਜਦੋਂ ਦੁਬਾਰਾ ਤੋਂ ਪੇਪਰ ਸਟਾਰਟ ਹੋਏ ਸੀ 16 ਜੁਲਾਈ ਤੋਂ ਐਗਜ਼ਾਮ ਜਿਹੜੇ ਨੇ ਉਹ ਸਟਾਰਟ ਹੋਏ ਸੀ ਦੁਬਾਰਾ ਤੋਂ, ਅਤੇ ਹੁਣ ਤੱਕ ਦੀਆਂ ਕਿਹੜੀਆਂ ਜਿਹੜੀਆਂ ਸਟੇਟਮੈਂਟ ਆ ਉਹ ਆ ਚੁੱਕੀਆਂ ਨੇ, ਉਹ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਹਰ ਚੀਜ਼ ਬਾਰੇ ਦੱਸਾਂਗੇ। ਸੋ ਬਿਨਾਂ ਸਕਿਪ ਕੀਤੇ ਇਹ ਵੀਡੀਓ ਜ਼ਰੂਰ ਦੇਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ। ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਦੀ ਜਿਹੜੀ ਵੀਡੀਓ ਉਹ ਆਪਾਂ ਸਟਾਰਟ ਕਰਦੇ ਹਾਂ। ਜਿੱਦਾਂ ਤੁਹਾਨੂੰ ਅਸੀਂ ਪ੍ਰੈਡਿਕਸ਼ਨ ਦੇ ਵਿੱਚ ਦੱਸਿਆ ਸੀ ਉਸੇ ਟਾਈਪ ਦੀ ਸਟੇਟਮੈਂਟ ਤੁਹਾਡੇ ਸਾਹਮਣੇ ਆਉਣ ਲੱਗੀ ਆ। ਉਹ ਹੈ ਟਾਸਕ 2 ਆਇਆ ਸੀ। ਇਹ ਆਇਆ ਸੀ 18 ਜੁਲਾਈ 2020 ਨੂੰ। ਇਹ ਆਇਆ ਸੀ ਮਾਰਨਿੰਗ ਦੇ ਵਿੱਚ। ਇਹ ਟਾਸਕ ਆਇਆ ਸੀ ਮੈਨੀ ਪੀਪਲ ਥਿੰਕ ਦੈਟ ਮਾਡਰਨ ਕਮਿਊਨੀਕੇਸ਼ਨ ਟੈਕਨੋਲੋਜੀ ਇਜ਼ ਹੈਵਿੰਗ ਸਮ ਨੈਗੇਟਿਵ ਇਫੈਕਟਸ ਔਨ ਸੋਸ਼ਲ ਰਿਲੇਸ਼ਨਸ਼ਿਪਸ, ਡੂ ਯੂ ਐਗਰੀ ਔਰ ਡਿਸਐਗਰੀ। ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸੋਚਦੇ ਨੇ ਕਿ ਜਿਹੜੀ ਮਾਡਰਨ ਕਮਿਊਨੀਕੇਸ਼ਨ ਟੈਕਨੋਲੋਜੀ ਆ ਉਹਦੇ ਕੁਛ ਨਾ ਕੁਛ ਨੈਗੇਟਿਵ ਇੰਪੈਕਟ ਪੈ ਰਹੇ ਨੇ ਆਪਣੀ ਜਿਹੜੀਆਂ ਸੋਸ਼ਲੀ ਰਿਲੇਸ਼ਨਸ਼ਿਪ ਆ, ਠੀਕ ਹੈ। ਕੁਛ ਨੈਗੇਟਿਵ ਜਿਹੜੀਆਂ ਅੰਡਰਸਟੈਂਡਿੰਗ ਆ ਸੋਸ਼ਲੀ ਜਿਹੜੀ ਇੰਟਰੈਕਟ ਹੁੰਦੇ ਨੇ ਲੋਕ, ਉਹਨਾਂ ਦੇ ਉੱਪਰ ਨੈਗੇਟਿਵ ਇੰਪੈਕਟ ਪੈ ਰਿਹਾ। ਤਾਂ ਤੁਸੀਂ ਐਗਰੀ ਕਰਦੇ ਹੋ ਜਾਂ ਫਿਰ ਡਿਸਐਗਰੀ ਕਰਦੇ ਹੋ। ਸੋ ਇਹ ਸਟੇਟਮੈਂਟ ਆਈ ਸੀ 18 ਜੁਲਾਈ 2020 ਐਗਜ਼ਾਮ ਦੇ ਵਿੱਚ, ਮਾਰਨਿੰਗ ਦੇ ਵਿੱਚ ਜਿਹੜਾ ਐਗਜ਼ਾਮ ਹੋਇਆ ਸੀ। ਸੋ ਇਹ ਉਮੀਦ ਹੈ ਕਿ ਇਹ ਇਸ ਤਰ੍ਹਾਂ ਦੀ ਤੁਹਾਨੂੰ ਸਟੇਟਮੈਂਟ ਜਿਨ੍ਹਾਂ ਬੱਚਿਆਂ ਨੇ ਦਸੰਬਰ ਮੰਥ ਦੇ ਵਿੱਚ ਐਗਜ਼ਾਮ ਦੇਣਾ ਉਹਨਾਂ ਨੂੰ ਆ ਸਕਦੀ ਹੈ। ਸੋ ਉਸ ਤੋਂ ਬਾਅਦ ਨੈਕਸਟ ਹੈ, ਇਹ ਸਟੇਟਮੈਂਟ ਆਈ ਸੀ 18 ਜੁਲਾਈ 2020 ਨੂੰ ਈਵਨਿੰਗ ਐਗਜ਼ਾਮ ਦੇ ਵਿੱਚ। ਉਹ ਸੀ ਨਾਓ ਡੇਜ਼ ਚਿਲਡਰਨ ਸਪੈਂਡ ਮੋਰ ਟਾਈਮ ਪਲੇਇੰਗ computer games than doing sports. Why it is happening? Does it have a positive or negative effect on their development? ਕਹਿੰਦੇ ਅੱਜ ਦੇ ਦਿਨਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਅੱਜ ਕੱਲ੍ਹ ਆਪਣਾ ਟਾਈਮ ਜਿਹੜੇ ਨੇ ਉਹ ਕੰਪਿਊਟਰ ਗੇਮਸ ਦੇ ਉੱਪਰ ਸਪੈਂਡ ਕਰਦੇ ਨੇ ਰਾਦਰ ਦੈਨ ਪਲੇਇੰਗ ਸਪੋਰਟਸ। ਸੋ ਇਹ ਕਿਉਂ ਹੋ ਰਿਹਾ, ਇਹਦੇ ਪੋਜ਼ੀਟਿਵ ਔਰ ਨੈਗੇਟਿਵ ਇੰਪੈਕਟ ਕੀ ਨੇ ਤੁਹਾਡੇ ਅਕੋਰਡਿੰਗ, ਠੀਕ ਹੈ, ਉਹ ਤੁਸੀਂ ਦੱਸਣਾ ਹੈ। ਫਿਰ ਉਸ ਤੋਂ ਬਾਅਦ ਜਿਹੜੇ ਥਰਡ ਹੈਗੀ ਪ੍ਰੈਡਿਕਸ਼ਨ ਦੇ ਵਿੱਚ ਜਿਹੜਾ ਸਟੇਟਮੈਂਟ ਆਈ ਟਾਸਕ 2 ਦੀ, ਉਹ ਹੈਗੀ ਆ ਜਿਹੜਾ ਐਗਜ਼ਾਮ ਆਇਆ ਸੀ 25 ਜੁਲਾਈ 2020 ਨੂੰ ਜਿਹੜਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਸਟੇਟਮੈਂਟ ਸੀ ਸਮ ਪੀਪਲ ਥਿੰਕ ਦੈਟ ਦ ਮੇਨ ਪਰਪਸ ਆਫ ਸਕੂਲਸ ਇਜ਼ ਟੂ ਟਰਨ children into good citizens and workers rather than benefits them as individual। ਕਹਿੰਦੇ ਕੁਝ ਲੋਕ ਸੋਚਦੇ ਆ ਕਿ ਜਿਹੜਾ ਸਕੂਲਸ ਦਾ ਜਿਹੜਾ ਮੁੱਖ ਜਿਹੜਾ ਕੰਮ ਹੈਗਾ ਹੈ ਉਹ ਹੈਗਾ ਇੱਕ ਗੁੱਡ ਸਿਟੀਜ਼ਨ ਬਣਾਉਣਾ ਐਂਡ ਵਰਕਰ ਬਣਾਉਣਾ, ਰਾਦਰ ਦੈਨ ਟੂ ਬੈਨੀਫਿਟ ਦੈਮ ਐਜ਼ ਇੰਡੀਵਿਜੂਅਲ, ਰਾਦਰ ਦੈਨ ਕਿ ਕਿੰਦੇ ਬਜਾਏ ਇੱਕ ਬੈਨੀਫਿਟ ਉਹਨਾਂ ਨੂੰ ਦੇਣਾ ਇੱਕ ਇੰਡੀਵਿਜੂਅਲ ਦੀ ਤਰ੍ਹਾਂ। ਤਾਂ ਕਿੰਨੀ ਹੱਦ ਤੱਕ ਤੁਸੀਂ ਐਗਰੀ ਕਰਦੇ ਹੋ, ਕਿੰਨੀ ਹੱਦ ਤੱਕ ਡਿਸਐਗਰੀ ਕਰਦੇ ਹੋ। ਸੋ ਇਹ ਸਟੇਟਮੈਂਟ ਆਈ ਸੀ 25 ਜੁਲਾਈ 2020 ਦੇ ਵਿੱਚ। ਸੋ ਇਹ ਤੁਸੀਂ ਪ੍ਰੈਪਰੇਸ਼ਨ ਕਰਨੀ ਹੈ ਇਸ ਜੋ ਵੀ ਅਸੀਂ ਤੁਹਾਨੂੰ ਸਟੇਟਮੈਂਟ ਦੇ ਰਹੇ ਹਾਂ। ਹਾਂਜੀ, ਨੈਕਸਟ ਹੈ 30 ਜੁਲਾਈ 2020 ਨੂੰ ਐਗਜ਼ਾਮ ਹੋਇਆ ਸੀ। ਉਹਦੀ ਸਟੇਟਮੈਂਟ ਕੀ ਸੀ? ਦ ਗਵਰਨਮੈਂਟ ਇਨਵੈਸਟਮੈਂਟ ਇਨ ਆਰਟਸ ਮਿਊਜ਼ਿਕ ਐਂਡ ਥੀਏਟਰ ਇਜ਼ ਅ ਵੇਸਟ ਆਫ ਮਨੀ। ਗਵਰਨਮੈਂਟ ਸ਼ੁੱਡ ਇਨਵੈਸਟ ਥੀਸ ਫੰਡਸ ਇਨ ਪਬਲਿਕ ਸਰਵਿਸਿਜ਼ ਇੰਸਟੈਡ। ਟੂ ਵਾਟ ਐਕਸਟੈਂਟ ਡੂ ਯੂ ਐਗਰੀ ਵਿਦ ਦਿਸ। ਕਹਿੰਦੇ ਜਿਹੜੇ ਗੌਰਮੈਂਟ ਆ ਉਹਨਾਂ ਨੂੰ ਇਨਵੈਸਟ ਕਰਨਾ ਚਾਹੀਦਾ ਮਿਊਜ਼ਿਕ ਆਰਟ ਥੀਏਟਰ ਦੇ ਵਿੱਚ। ਕਿ ਇਹ ਉਹ ਸੋਚਦੇ ਆ ਕਿ ਵੇਸਟ ਆਫ ਮਨੀ ਆ ਜਦੋਂ ਜਿਹੜੀ ਗੌਰਮੈਂਟ ਇਨਵੈਸਟ ਕਰਦੀ ਹੈ। ਤਾਂ ਗੌਰਮੈਂਟ ਨੂੰ ਚਾਹੀਦਾ ਕਿ ਉਹ ਜਿਹੜੇ ਫੰਡਸ ਨੇ ਉਹ ਇਨਵੈਸਟ ਕਰਨ ਲੋਕਾਂ ਦੀ ਭਲਾਈ ਦੇ ਲਈ, ਠੀਕ ਹੈ। ਤਾਂ ਉਹ ਕਿੰਨੀ ਹੱਦ ਤੱਕ ਤੁਸੀਂ ਐਗਰੀ ਕਰਦੇ ਹੋ ਇਸ ਸਟੇਟਮੈਂਟ ਦੇ ਨਾਲ। ਸੋ ਜੇ ਤੁਹਾਨੂੰ ਪ੍ਰੈਡਿਕਸ਼ਨ ਦੇ ਵਿੱਚ ਗੌਰਮੈਂਟ ਦੇ ਨਾਲ ਰਿਲੇਟਡ ਮਿਲਿਆ, ਤੁਹਾਨੂੰ ਟੌਪਿਕ ਅਸੀਂ ਦੱਸਿਆ, ਤੇ ਗੌਰਮੈਂਟ ਨਾਲ ਰਿਲੇਟਡ ਇਸ ਤਰ੍ਹਾਂ ਦੀ ਸਟੇਟਮੈਂਟ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ। ਨੈਕਸਟ ਹੈ, ਜੇ ਕੋਈ ਗਲੋਬਲਾਈਜੇਸ਼ਨ ਦੇ ਨਾਲ ਰਿਲੇਟਡ ਤੁਹਾਡੇ ਤੋਂ ਕੁਝ ਪੁੱਛਿਆ ਗਿਆ ਤਾਂ ਉਹਦੀ ਸਟੇਟਮੈਂਟ ਕਿਸ ਤਰ੍ਹਾਂ ਦੀ ਆ? ਲਿਵਿੰਗ ਇਨ ਬਿਗ ਸਿਟੀਜ਼ ਇਜ਼ ਬੈਡ ਫॉर ਪੀਪਲਜ਼ ਹੈਲਥ। ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਕਹਿੰਦੇ ਵੱਡੇ ਸ਼ਹਿਰਾਂ ਦੇ ਵਿੱਚ ਰਹਿਣਾ ਕੀ ਹੈ, ਲੋਕਾਂ ਦੀ ਸਿਹਤ ਦੇ ਉੱਪਰ ਬਹੁਤ ਬੁਰਾ ਅਸਰ ਪੈਂਦਾ। ਤਾਂ ਤੁਸੀਂ ਕਿੰਨੀ ਹੱਦ ਤੱਕ ਐਗਰੀ ਕਰਦੇ ਹੋ, ਕਿੰਨੀ ਹੱਦ ਤੱਕ ਡਿਸਐਗਰੀ ਕਰਦੇ ਹੋ। ਸੋ ਇਹ ਜਿਹੜਾ ਆਇਆ ਸੀ ਆਪਣੇ ਕੋਲ ਟਾਸਕ 2 6 ਅਗਸਤ 2020 ਨੂੰ ਆਇਆ ਸੀ। ਇਹ ਜਿਹੜਾ ਟਾਸਕ ਆਇਆ ਸੀ
ਜੇ ਤੁਹਾਡੇ ਕੋਲ ਕੋਈ ਟੈਕਨੋਲੋਜੀ ਦੇ ਨਾਲ ਰਿਲੇਟਡ ਆ ਤਾਂ ਕਿਸ ਤਰ੍ਹਾਂ ਦੀ ਆਪਣੇ ਕੋਲ ਸਟੇਟਮੈਂਟ ਆ ਸਕਦੀ ਆ। ਸਮ ਪੀਪਲ ਬਿਲੀਵ that robots will play an important role in future sometimes while often argue that robots might have negative effect on society। ਕਹਿੰਦੇ ਕੁਝ ਲੋਕ ਸੋਚਦੇ ਕਿ ਰੋਬੋਟ ਪਲੇ ਕਰਨਗੇ ਇੰਪੋਰਟੈਂਟ ਰੋਲ ਫਿਊਚਰ ਦੇ ਵਿੱਚ, ਬਟ ਕੁਝ ਲੋਕ ਇਸ ਚੀਜ਼ ਦੇ ਨਾਲ ਡਿਸਐਗਰੀ ਆ ਕਿ ਉਹਨਾਂ ਜੇ ਰੋਬੋਟਸ ਆਣਗੇ ਤਾਂ ਨੈਗੇਟਿਵ ਇੰਪੈਕਟ ਪਊਗਾ ਸੁਸਾਇਟੀ ਦੇ ਉੱਪਰ। ਤਾਂ ਦੋਨੋਂ ਆਪਾਂ ਐਸਪੈਕਟ ਬਾਰੇ ਦੱਸਾਂਗੇ, ਨਾਲ ਦੀ ਨਾਲ ਆਪਦਾ ਓਪੀਨੀਅਨ ਦੱਸਾਂਗੇ। ਠੀਕ ਹੈ, ਜੇ ਤੁਹਾਨੂੰ ਟੈਕਨੋਲੋਜੀ ਦੇ ਨਾਲ ਰਿਲੇਟਡ ਜਾਂ ਸਾਇੰਸ ਨਾਲ ਤੁਹਾਡੇ ਕੋਲ ਕੁਝ ਪੁੱਛਿਆ ਗਿਆ ਤਾਂ ਇਸ ਤਰ੍ਹਾਂ ਦੀ ਸਟੇਟਮੈਂਟ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ। ਨੈਕਸਟ ਹੈਗੀ ਆ some people believe that people who read books can develop more imagination and language skills than those who prefer to watch TV। ਜੇ ਕੋਈ ਮੀਡੀਆ ਦੇ ਨਾਲ ਰਿਲੇਟਡ ਆ ਗਿਆ, ਕੋਈ ਐਜੂਕੇਸ਼ਨ ਦੇ ਨਾਲ ਰਿਲੇਟਡ ਆ ਗਿਆ ਤਾਂ ਇਸ ਟਾਈਪ ਦੀ ਸਟੇਟਮੈਂਟ ਆ ਸਕਦੀ ਹੈ ਕਿ ਕੁਝ ਲੋਕ ਸੋਚਦੇ ਕਿ ਪੀਪਲ ਜਿਹੜੇ ਲੋਕ ਨੇ ਉਹ ਬੁੱਕਸ ਰੀਡ ਕਰਦੇ ਨੇ ਤਾਂ ਉਹਨਾਂ ਨਾਲ ਜਿਹੜੀ ਇਮੈਜੀਨੇਸ਼ਨ ਆ, ਲੈਂਗੁਏਜ ਸਕਿੱਲਸ ਆ ਉਹ ਡਿਵੈਲਪ ਹੁੰਦੀਆਂ ਦੈਨ ਹੂ ਜਿਹੜੇ TV ਦੇਖਦੇ ਨੇ ਉਹਨਾਂ ਦੀ ਬਜਾਏ, ਮਤਲਬ ਕੰਪੈਰੀਜ਼ਨ ਕੀਤਾ ਗਿਆ। ਤਾਂ ਤੁਸੀਂ ਐਗਰੀ ਕਰਦੇ ਹੋ ਕਿ ਡਿਸਐਗਰੀ ਕਰਦੇ ਹੋ। ਨੈਕਸਟ ਜਿਹੜੀ ਸਟੇਟਮੈਂਟ ਆ, nowadays many people cannot read or write what problem does this cause, what measures can government take to solve this problem। ਕਹਿੰਦੇ ਹੁਣ ਦੇ ਦਿਨਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕੁਝ ਲੋਕ ਇੱਦਾਂ ਦੇ ਨੇ ਕਿ ਉਹ ਨਾ ਤਾਂ ਲਿਖ ਸਕਦੇ ਨੇ, ਨਾ ਉਹ ਮਤਲਬ ਬੋਲ ਸਕਦੇ ਨੇ, ਪੜ੍ਹ ਸਕਦੇ ਨੇ, ਤਾਂ ਇਹ ਕਿਉਂ ਪ੍ਰੋਬਲਮਸ ਨੇ ਅਤੇ ਕੀ ਆਪਾਂ ਸੋਲਿਊਸ਼ਨਸ ਦੇ ਸਕਦੇ ਹਾਂ, ਗੌਰਮੈਂਟ ਦਾ ਕੀ ਹੈਗਾ ਰੋਲ ਇਹਦੇ ਵਿੱਚ ਤਾਂ ਕਿ ਜਿਹੜੀਆਂ ਇਹ ਪ੍ਰੋਬਲਮਸ ਨੇ ਇਹ ਸੋਲਵ ਹੋ ਸਕਣ। ਸੋ ਜੇ ਤੁਹਾਡੇ ਕੋਲ ਐਜੂਕੇਸ਼ਨ ਦੇ ਨਾਲ ਰਿਲੇਟਡ ਆ ਗਿਆ ਹੈ ਨਾ, ਤਾਂ ਇਸ ਤਰ੍ਹਾਂ ਦੀ ਸਟੇਟਮੈਂਟ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ। ਜੇ ਤੁਹਾਡੇ ਕੋਲ ਮੀਡੀਆ ਦੇ ਨਾਲ ਰਿਲੇਟਡ ਕੁਝ ਆ ਜਾਵੇ ਤਾਂ ਕਿਸ ਟਾਈਪ ਦੀ ਸਟੇਟਮੈਂਟ ਹੈ। ਨਿਊਜ਼ ਪਲੇਜ਼ ਐਨ ਇੰਪੋਰਟੈਂਟ ਪਾਰਟ ਆਫ ਮੋਸਟ ਪੀਪਲਸ ਲਾਈਫ, ਵਾਈ ਇਜ਼ ਨਿਊਜ਼ ਸੋ ਇੰਪੋਰਟੈਂਟ ਟੂ people, why is so much news addicted to bad news, should the news focus on good news instead। ਕਹਿੰਦੇ ਜਿਹੜੇ ਨਿਊਜ਼ ਨੇ ਪਲੇਜ਼ ਕਰਦੇ ਨੇ ਇੰਪੋਰਟੈਂਟ ਰੋਲ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ, ਅੱਜ ਕੱਲ੍ਹ ਲੋਕਾਂ ਦੀ ਲਾਈਫ ਦੇ ਵਿੱਚ, ਤਾਂ ਇੱਦਾਂ ਕਿਉਂ ਇੰਪੋਰਟੈਂਟ ਨੇ ਲੋਕਾਂ ਦੇ ਲਈ, ਔਰ ਕਿਉਂ ਜਿਹੜੀਆਂ ਬੈਡ ਨਿਊਜ਼ ਨੇ ਉਹ ਜ਼ਿਆਦਾ ਆ ਰਹੀਆਂ ਨੇ। ਤਾਂ ਸ਼ੁੱਡ ਦਾ ਨਿਊਜ਼ ਫੋਕਸ ਔਨ ਗੁੱਡ ਨਿਊਜ਼ ਇੰਸਟੈਡ, ਤਾਂ ਚਾਹੀਦਾ ਕਿ ਫੋਕਸ ਕੀਤਾ ਜਾਵੇ ਸਿਰਫ ਚੰਗੀਆਂ ਖਬਰਾਂ ਦੇ ਉੱਪਰ। ਸੋ ਇਸ ਟਾਈਪ ਦਾ ਆ ਸਕਦਾ। ਜੇ ਤੁਹਾਡੇ ਕੋਲ ਜੇ ਅਸੀਂ ਪ੍ਰੈਡਿਕਸ਼ਨ ਦੇ ਵਿੱਚ ਤੁਹਾਨੂੰ ਦੱਸਿਆ ਕਿ ਕੋਈ ਮੀਡੀਆ, TV, ਨਿਊਜ਼, ਸੋ ਇਸ ਟਾਈਪ ਦੀ ਸਟੇਟਮੈਂਟ ਆ ਸਕਦੀ ਹੈ। ਅਤੇ ਜੇ ਤੁਹਾਡੇ ਕੋਲ ਕੋਈ ਪ੍ਰੈਡਿਕਸ਼ਨ ਦੇ ਵਿੱਚ ਅਸੀਂ ਦੱਸਿਆ ਜੋਬਸ ਦੇ ਨਾਲ ਰਿਲੇਟਡ ਤਾਂ ਸਟੇਟਮੈਂਟ ਆ ਸਕਦੀਆਂ। ਸਮ ਪੀਪਲ ਥਿੰਕ ਯੰਗ ਪੀਪਲ ਸ਼ੁੱਡ ਬੀ ਫ੍ਰੀ ਟੂ ਚੂਜ਼ ਹਿਜ਼ ਜੋਬ ਬਟ ਅਦਰ ਥਿੰਕ ਦੇ ਸ਼ੁੱਡ ਬੀ ਰੀਅਲਿਸਟਿਕ ਐਂਡ ਥਿੰਕ ਮੋਰ ਅਬਾਊਟ ਦੇਅਰ ਫਿਊਚਰ, ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਕੁਝ ਲੋਕ ਸੋਚਦੇ ਨੇ ਕਿ ਜਿਹੜੇ ਯੰਗ ਪੀਪਲ ਨੇ ਉਹਨਾਂ ਨੂੰ ਫ੍ਰੀ ਹੋਣਾ ਚਾਹੀਦਾ ਕਿ ਉਹ ਆਪਣੇ ਅਕੋਰਡਿੰਗ ਜਿਹੜੀ ਮਰਜ਼ੀ ਜੋਬ ਚੂਜ਼ ਕਰ ਸਕਦੇ ਨੇ, ਬਟ ਅਦਰ ਥਿੰਕ ਜਿਹੜੇ ਦੂਸਰੀ ਤਰਫ ਲੋਕ ਨੇ ਉਹ ਸੋਚਦੇ ਨੇ ਕਿ ਉਹ ਰੀਅਲਿਸਟਿਕ ਹੋਣੇ ਚਾਹੀਦੇ ਨੇ ਤਾਂ ਉਹਨਾਂ ਨੂੰ ਆਪਦੇ ਫਿਊਚਰ ਬਾਰੇ ਸੋਚਣਾ ਚਾਹੀਦਾ। ਸੋ ਆਪਾਂ ਦੋਨਾਂ ਵਿਊਜ਼ ਬਾਰੇ ਦੱਸਾਂਗੇ ਔਰ ਨਾਲ ਦੀ ਨਾਲ ਆਪਦਾ ਓਪੀਨੀਅਨ ਦੱਸਾਂਗੇ। ਜੇ ਤੁਹਾਡੇ ਕੋਲ ਜੋਬਸ ਦੇ ਨਾਲ ਰਿਲੇਟਡ ਆ ਗਿਆ ਤਾਂ ਇਸ ਦੇ ਮਤਲਬ ਇਸ ਤਰ੍ਹਾਂ ਦੀ ਸਟੇਟਮੈਂਟ ਤੁਹਾਨੂੰ ਆ ਸਕਦੀ ਹੈ। ਜੇ ਤੁਹਾਡੇ ਕੋਲ ਹੈਲਥ ਨਾਲ ਰਿਲੇਟਡ ਆ ਗਿਆ ਜਾਂ ਐਜੂਕੇਸ਼ਨ ਨਾਲ ਰਿਲੇਟਡ, ਸਮ ਪੀਪਲ ਬਿਲੀਵ ਦੈਟ ਦ ਹੈਲਥ ਕੇਅਰ ਐਂਡ ਐਜੂਕੇਸ਼ਨ ਸ਼ੁੱਡ ਬੀ ਦ ਰਿਸਪੋਂਸਿਬਿਲਿਟੀ ਆਫ ਦ ਗਵਰਨਮੈਂਟ ਬਟ ਅਦਰਸ ਥਿੰਕ ਦੈਟ ਇਜ਼ ਦ ਰਿਸਪੋਂਸਿਬਿਲਿਟੀ ਆਫ ਇੰਡੀਵਿਜੂਅਲ ਦੈਮਸੈਲਫ, ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ। ਕਹਿੰਦੇ ਕੁਝ ਲੋਕ ਇਹ ਸੋਚਦੇ ਆ ਕਿ ਜਿਹੜੀ ਹੈਲਥ ਕੇਅਰ ਔਰ ਐਜੂਕੇਸ਼ਨ ਉਹ ਰਿਸਪੋਂਸਿਬਿਲਿਟੀ ਐਜੂਕੇਸ਼ਨ ਦੀ, ਬਟ ਦੂਸਰੀ ਤਰਫ ਇਹ ਲੋਕ ਸੋਚਦੇ ਨੇ ਕਿ ਉਹ ਇੰਡੀਵਿਜੂਅਲ ਦੀ ਆਪਦੀ ਰਿਸਪੋਂਸਿਬਿਲਿਟੀ ਆ। ਸੋ ਦੋਨਾਂ ਵਿਊਜ਼ ਬਾਰੇ ਦੱਸਾਂਗੇ, ਨਾਲ ਦੀ ਨਾਲ ਆਪਦਾ ਓਪੀਨੀਅਨ ਦੱਸਾਂਗੇ। ਇਹ ਜਿਹੜਾ ਆਇਆ ਸੀ ਸਟੇਟਮੈਂਟ, ਇਹ ਆਈ ਸੀ 12 ਸਤੰਬਰ 2020 ਜਦੋਂ ਈਵਨਿੰਗ ਦੇ ਵਿੱਚ ਐਗਜ਼ਾਮ ਹੋਇਆ ਸੀ। ਜੇ ਤੁਹਾਨੂੰ ਅਸੀਂ ਪ੍ਰੈਡਿਕਸ਼ਨ ਦੇ ਵਿੱਚ ਦੱਸਿਆ ਕਿ ਟਰੈਵਲ ਔਰ ਟੂਰਿਜ਼ਮ ਦੇ ਨਾਲ ਰਿਲੇਟਡ ਤਾਂ ਸਟੇਟਮੈਂਟ ਕੀ ਆ, ਇਨ ਦਾ ਪਾਸਟ ਪੀਪਲ ਯੂਜ਼ ਟੂ ਟਰੈਵਲ ਅਬਰੋਡ ਟੂ ਲੁੱਕ ਮੈਨੀ ਡਿਫਰੈਂਸਿਸ ਫਰੋਮ ਦੇਅਰ ਹੋਮ ਕੰਟਰੀ, ਨਾਓ ਡੇਜ਼ ਦ ਸੀਨਰੀਜ਼ ਇਨ ਪਲੇਸਿਸ ਆਲ ਓਵਰ ਦ ਵਰਲਡ ਆਰ ਮੋਰ ਐਂਡ ਮੋਰ ਸਿਮਿਲਰ। ਵਾਟ ਆਰ ਦ ਕੋਜ਼ਿਸ ਆਫ ਦ ਸਿਮਿਲੈਰਿਟੀ, ਡੂ ਯੂ ਥਿੰਕ ਦ ਐਡਵਾਂਟੇਜ ਆਫ ਦਿਸ ਸਿਮਿਲੈਰਿਟੀ ਆਊਟਵੇ ਦ ਡਿਸਐਡਵਾਂਟੇਜ। ਕਹਿੰਦੇ ਪਾਸਟ ਦੇ ਵਿੱਚ ਜਿਹੜੇ ਲੋਕ ਸੀ ਉਹ ਟਰੈਵਲ ਕਰਦੇ ਸੀਗੇ ਕਿ ਉਹ ਅਬਰੋਡ ਦੇ ਵਿੱਚ ਚੀਜ਼ਾਂ ਦੇਖਣ ਜਾਂਦੇ ਸੀ ਕਿ ਕੀ ਡਿਫਰੈਂਸ ਹੈ ਸਾਡੀ ਹੋਮ ਕੰਟਰੀ ਦੇ ਨਾਲੋਂ, ਅਤੇ ਅੱਜ ਕੱਲ੍ਹ ਜਿਹੜੀਆਂ ਸੀਨਰੀਜ਼ ਨੇ ਉਹ ਪੂਰੇ ਦੇਸ਼ ਦੇ ਵਿੱਚ ਨੇ ਔਰ ਮੋਰ ਐਂਡ ਮੋਰ ਸਿਮਿਲਰ, ਲਾਈਕ ਸਿਮਿਲਰ ਹੀ ਨੇ। ਤਾਂ ਕੀ ਕੌਜ਼ਿਸ ਨੇ ਇਹਨਾਂ ਸਿਮਿਲੈਰਿਟੀਜ਼ ਦੇ, ਔਰ ਕੀ ਤੁਹਾਨੂੰ ਕੀ ਲੱਗਦਾ ਕਿ ਇਹਦੀਆਂ ਐਡਵਾਂਟੇਜ ਜਿਹੜੀਆਂ ਹੈਗੀਆਂ ਏ ਉਹ ਆਊਟਵੇ ਕਰਦੇ ਆ ਡਿਸਐਡਵਾਂਟੇਜ ਦੇ ਉੱਪਰ। ਸੋ ਇਸ ਟਾਈਪ ਦਾ ਤੁਹਾਡੇ ਕੋਲ ਜਿਹੜਾ ਐਸੇ ਉਹ ਆ ਸਕਦਾ ਐਗਜ਼ਾਮ ਦੇ ਵਿੱਚ ਜੇ ਤੁਹਾਡੇ ਕੋਲ ਟਰੈਵਲ ਐਂਡ ਟੂਰਿਜ਼ਮ ਦੇ ਨਾਲ ਰਿਲੇਟਡ ਅਸੀਂ ਪ੍ਰੈਡਿਕਸ਼ਨ ਦੇ ਵਿੱਚ ਪਾਇਆ ਤਾਂ। ਨੈਕਸਟ ਹੈ ਜੇ ਗਵਰਨਮੈਂਟ ਨਾਲ ਰਿਲੇਟਡ ਤੁਹਾਡੇ ਕੋਲ ਐਸੇ ਆ ਗਿਆ ਤਾਂ ਕਿਸ ਟਾਈਪ ਦੀ ਸਟੇਟਮੈਂਟ ਆ ਸਕਦੀ ਆ। ਇਨ ਸਮ ਕੰਟਰੀਜ਼ ਸਟੂਡੈਂਟਸ ਪੇ ਦੇਅਰ ਕਾਲਜ ਔਰ ਯੂਨੀਵਰਸਿਟੀ ਫੀਸ ਵਾਈਲ ਇਨ ਸਮ ਏਰੀਆਜ਼ ਦ ਗਵਰਨਮੈਂਟ ਪੇ ਫॉर them, do you think the advantage is that government pay the money outweigh the disadvantage। ਕਹਿੰਦੇ ਕੁਝ ਕੰਟਰੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਆਪਣੀ ਕਾਲਜ ਫੀਸ ਜਾਂ ਯੂਨੀਵਰਸਿਟੀ ਫੀਸ ਜਿਹੜੀ ਪੇ ਕਰਦੇ ਨੇ, ਬਟ ਕੁਝ ਏਰੀਆਜ਼ ਦੇ ਵਿੱਚ ਗੌਰਮੈਂਟ ਪੇ ਕਰਦਾ ਉਹਨਾਂ ਦੇ ਲਈ। ਕੀ ਤੁਹਾਨੂੰ ਲੱਗਦਾ ਕਿ ਇਹਦਾ ਜਿਹੜਾ ਐਡਵਾਂਟੇਜ ਆ ਗਵਰਨਮੈਂਟ ਪੇਜ਼ ਦਾ ਮਨੀ ਕਿ ਗੌਰਮੈਂਟ
ਨੂੰ ਪੇ ਕਰਨੀ ਚਾਹੀਦੀ ਮਨੀ ਆਊਟ ਵਿਦ ਅ ਡਿਸਐਡਵਾਂਟੇਜ। ਸੋ ਇਸ ਟਾਈਪ ਦਾ ਤੁਹਾਡੇ ਕੋਲ ਆ ਸਕਦਾ ਜੇ ਐਜੂਕੇਸ਼ਨ ਦੇ ਨਾਲ ਰਿਲੇਟਿਡ ਤੁਹਾਡੇ ਕੋਲ ਹੈ ਤਾਂ। ਨੈਕਸਟ ਹੈ ਜੇ ਤੁਹਾਡੇ ਕੋਲ ਇਨਵਾਇਰਮੈਂਟ ਦੇ ਨਾਲ ਰਿਲੇਟਿਡ ਹੈਗਾ ਤਾਂ ਕਿਸ ਟਾਈਪ ਦੀ ਸਟੇਟਮੈਂਟ ਆ ਸਕਦੀ ਹੈ। ਸਮ ਪੀਪਲ ਥਿੰਕ ਦੈਟ ਦ ਬੈਸਟ ਵੇ ਟੂ ਸੋਲਵ ਇਨਵਾਇਰਮੈਂਟ ਪ੍ਰੋਬਲਮਸ ਇਜ਼ ਟੂ ਇਨਕਰੀਜ਼ ਦ ਪ੍ਰਾਈਸ ਆਫ ਫਿਊਲ ਫॉर ਕਾਰਸ ਐਂਡ ਅਦਰ ਵਹੀਕਲਸ। ਯੂ ਐਗਰੀ ਔਰ ਡਿਸਐਗਰੀ? ਕਹਿੰਦੇ ਕੁਝ ਲੋਕ ਸੋਚਦੇ ਕਿ ਇੱਕ ਬੈਸਟ ਵੇ ਹੈਗਾ ਜਿਹੜੀਆਂ ਇਨਵਾਇਰਮੈਂਟ ਪ੍ਰੋਬਲਮਸ ਆ ਉਹਨਾਂ ਨੂੰ ਸੋਲਵ ਕਰਨ ਦਾ ਕਿ ਜਿਹੜੇ ਪ੍ਰਾਈਸ ਨੇ ਪੈਟਰੋਲ ਦੇ ਉਹ ਵਧਾ ਦਿੱਤੇ ਜਾਣ ਐਂਡ ਹੋਰ ਵਹੀਕਲਸ ਦੇ ਲਈ ਜਿਵੇਂ ਕਾਰਸ ਵਗੈਰਾ ਦੇ। ਤਾਂ ਕੀ ਤੁਸੀਂ ਐਗਰੀ ਕਰਦੇ ਹੋ ਡਿਸਐਗਰੀ ਕਰਦੇ ਹੋ? ਸੋ ਇਹ ਇਸ ਟਾਈਪ ਦਾ ਤੁਹਾਡੇ ਕੋਲ ਆ ਸਕਦਾ ਜੇ ਇਨਵਾਇਰਮੈਂਟ ਦੇ ਨਾਲ ਰਿਲੇਟਿਡ ਤੁਹਾਡੇ ਕੋਲ ਐਸੇ ਆਇਆ ਤਾਂ। ਜੇ ਤੁਹਾਡੇ ਕੋਲ ਟੈਕਨੋਲੋਜੀ ਦੇ ਨਾਲ ਰਿਲੇਟਿਡ ਕੁਝ ਆ ਗਿਆ ਤਾਂ ਕਿਸ ਟਾਈਪ ਦੀ ਸਟੇਟਮੈਂਟ ਆ ਸਕਦੀ? ਇਹ ਆਇਆ ਸੀ 7 ਨਵੰਬਰ 2020 ਈਵਨਿੰਗ ਦੇ ਵਿੱਚ। ਮੋਬਾਈਲ ਫੋਨ ਐਂਡ ਦ ਇੰਟਰਨੈਟ ਆਰ ਵੈਰੀ ਯੂਜ਼ਫੁਲ, ਹਾਊਐਵਰ ਇਟ ਇਜ਼ ਰੇਅਰ ਫॉर ओल्ड people to use them. What ways could mobile phone and internet be useful to old people? How do the old people to be encouraged using this new technology? ਕਹਿੰਦੇ ਮੋਬਾਈਲ ਫੋਨ ਤੇ ਟੈਕਨੋਲੋਜੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਦੂਸਰੀ ਤਰਫ ਇਹ ਲੋਕ ਨੇ ਕਿ ਜਿਹੜੇ ਓਲਡ ਪੀਪਲ ਨੇ ਬਹੁਤ ਜ਼ਿਆਦਾ ਘੱਟ ਯੂਜ਼ ਕਰਦੇ ਨੇ ਇਹਨਾਂ ਚੀਜ਼ਾਂ ਦਾ। ਤਾਂ ਕਿਹੜੇ ਕਿਹੜੇ ਤਰੀਕੇ ਆ ਜਿਹਦੇ ਕਰਕੇ ਜਿਹੜੇ ਮੋਬਾਈਲ ਫੋਨ ਤੇ ਇੰਟਰਨੈਟ ਆ ਉਹ ਯੂਜ਼ਫੁਲ ਹੋਣ ਓਲਡ ਪੀਪਲ ਦੇ ਲਈ, ਤਾਂ ਕਿ ਜਿਹੜੇ ਓਲਡ ਪੀਪਲ ਆ ਉਹ ਵੀ ਇਹਨਾਂ ਦਾ ਬੈਨੀਫਿਟ ਲੈ ਸਕਣ। ਤਾਂ ਕਿੱਦਾਂ ਆਪਾਂ ਉਹਨਾਂ ਨੂੰ ਇਨਕਰੇਜ ਕਰਾਂਗੇ ਕਿ ਉਹ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ। ਸੋ ਇਸ ਟਾਈਪ ਦਾ ਐਸੇ ਆ ਸਕਦਾ ਜੇ ਟੈਕਨੋਲੋਜੀ ਦੇ ਨਾਲ ਰਿਲੇਟਿਡ ਤੁਹਾਡੇ ਕੋਲ ਕੋਈ ਕੁਐਸਚਨ ਆਇਆ ਤਾਂ ਇਸ ਟਾਈਪ ਦੀ ਸਟੇਟਮੈਂਟ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਸੋ ਓਵਰਆਲ ਤੁਹਾਨੂੰ ਅਸੀਂ ਦੱਸ ਹੀ ਦਿੱਤਾ। ਪਲੀਜ਼ ਇੱਕ ਵਾਰੀ ਜੋ ਵੀ ਅਸੀਂ ਤੁਹਾਨੂੰ ਪ੍ਰੈਡਿਕਸ਼ਨ ਦੇ ਵਿੱਚ ਦੱਸਿਆ ਕਿਹੜੇ ਕਿਹੜੇ ਐਸੇ ਨੇ ਔਰ ਕਿਹੜੀਆਂ ਕਿਹੜੀਆਂ ਸਟੇਟਮੈਂਟਸ ਨੇ ਇਹਨਾਂ ਨੂੰ ਤੁਸੀਂ ਪ੍ਰੈਪਰੇਸ਼ਨ ਕਰਕੇ ਦੇਖਿਓ। ਔਰ ਜੇ ਕਿਤੇ ਵੀ ਕੋਈ ਪ੍ਰੋਬਲਮ ਲੱਗ ਰਹੀ, ਕੋਈ ਆਈਡੀਆ ਨਹੀਂ ਆ ਰਿਹਾ, ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ। ਤੇ ਅਸੀਂ ਰੀਡਿੰਗ ਦੇ ਨਾਲ ਰਿਲੇਟਿਡ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਡਿਸਕਸ ਕਰਾਂਗੇ।